Hello दोस्तों, welcome to City Punjab. So today we are going to discuss all the important current affairs from 9th to 15th November. ਸਾਰੇ ਕੰਪਾਈਲ ਕਰਕੇ ਅੱਜ ਮੈਂ ਡਿਸਕਸ ਕਰਨ ਵਾਲੀ ਹਾਂ। ਠੀਕ ਹੈ ਜੀ। ਸਾਡੀ ਵੈਬਸਾਈਟ ਤੇ ਤੁਸੀਂ ਵੇਰੀਅਸ ਕੋਰਸਿਸ ਜਿਹੜੇ ਅਸੀਂ ਰਨ ਕਰ ਰਹੇ ਹਾਂ ਉਹ ਦੇਖ ਸਕਦੇ ਹੋ। ਵਰਲਡ ਹਿਸਟਰੀ, ਕਰੰਟ ਅਫੇਅਰਸ, ਪੰਜਾਬ ਲੇਟੈਸਟ ਸੀਰੀਜ਼, mentorship program all are available. If you have any doubt and query, you can just message us on this number. WhatsApp करिए, Telegram करो, and we'll be there to assist you. Right? Let's start with the discussion. ਸੋ ਨੰਬਰ ਆਫ ਆਰਟੀਕਲਸ, ਕਿਉਂਕਿ ਦੇਖੋ ਕਾਫੀ ਦਿਨਾਂ ਦੇ ਕਰੰਟ ਅਫੇਅਰਸ ਆਪਾਂ ਡਿਸਕਸ ਕਰ ਰਹੇ ਇਕੱਠੇ, ਤਾਂ ਨੰਬਰ ਆਫ ਆਰਟੀਕਲਸ ਆਰ ਮੋਰ। ਠੀਕ ਹੈ, ਆਈ ਡਾਇਰੈਕਟਲੀ ਗੈਟ ਇਨਟੂ ਦਾ ਡਿਸਕਸ਼ਨ। ਤੁਸੀਂ ਪੌਜ਼ ਕਰਕੇ ਟੌਪਿਕਸ ਜਿਹੜੇ ਇੱਕ ਵਾਰ ਰਿਵਿਊ ਕਰ ਸਕਦੇ ਹੋ। ਰਾਈਟ, ਲੈਟਸ ਸਟਾਰਟ ਵਿਦ ਦਾ ਫਰਸਟ ਟੌਪਿਕ। MOU inked to turn stubble into CBG। ਰਾਈਟ, ਸੋ ਕੰਪਰੈਸਡ ਬਾਇਓਗੈਸ ਇਹਦਾ ਮਤਲਬ ਹੈ। ਸੋ ਸਟਬਲ ਤੁਹਾਨੂੰ ਪਤਾ ਹੈ ਪੰਜਾਬ ਲਈ ਕਾਫੀ ਵੱਡਾ ਇਸ਼ੂ ਬਣਿਆ ਹੋਇਆ ਹੈ। 에ਅਰ ਪੋਲਿਊਸ਼ਨ, soil pollution, water pollution, in every way, car accidents, human health, farmer health, every way stubble ਜਿਹੜਾ ਹੈ ਇੱਕ ਬਹੁਤ ਹੀ ਵੱਡਾ ਸੋਸ਼ਲ ਇਕਨੋਮਿਕ ਇਸ਼ੂ ਜਿਹੜਾ ਹੈ ਪੰਜਾਬ ਵਿੱਚ ਬਣਿਆ ਹੋਇਆ ਹੈ। ਸੋ ਡਿਫਰੈਂਟ ਮੈਜਰਸ ਲਿੱਤੇ ਜਾ ਰਹੇ ਆ ਪੰਜਾਬ ਗਵਰਨਮੈਂਟ ਦੁਆਰਾ ਟੂ ਹੈਂਡਲ ਦਿਸ ਇਸ਼ੂ। ਆਪਾਂ ਬਹੁਤ ਹੀ ਡਿਟੇਲ ਵਿੱਚ ਸਟਬਲ ਦਾ ਪੂਰਾ ਇਸ਼ੂ ਲਾਸਟ ਐਡੀਸ਼ਨ 'ਚ ਕੀਤਾ ਹੈ। ਯੂ ਕੈਨ ਚੈੱਕ ਦੀ ਕਰੰਟ ਅਫੇਅਰ ਕੰਪਾਈਲੇਸ਼ਨ ਫॉर दैट। ਹੁਣ ਇਹ ਇੱਕ ਐਡ ਔਨ ਵੈਲਿਊ ਐਡ ਕਰਨ ਲਈ ਇੱਕ ਨਵੀਂ ਨਿਊਜ਼ ਆਈਟਮ ਆਈ ਹੈ ਜਿਹਦੇ ਵਿੱਚ MOU ਸਾਈਨ ਕੀਤਾ ਗਿਆ ਹੈ। ਰਾਈਟ, ਦੋ ਕੰਪਨੀਜ਼ ਹੈ, ਐਵਰ ਇਨਵਾਇਰਮੈਂਟ ਰਿਸੋਰਸ ਮੈਨੇਜਮੈਂਟ ਪ੍ਰਾਈਵੇਟ ਲਿਮਿਟਿਡ, ਮਤਲਬ ਕਿ ਇਨਵਾਇਰਮੈਂਟ ਨਾਲ ਰਿਲੇਟਡ ਫਰਮ ਹੈ ਇੱਕ, which has signed an agreement with Torrent Gas। ਠੀਕ ਹੈ, ਗੇਲ ਇੰਡੀਆ ਲਿਮਿਟਿਡ ਜੋ ਕਿ ਗਵਰਨਮੈਂਟ ਕੰਪਨੀ ਹੈ, ਇਹਨੇ ਫੈਸਿਲਿਟੇਟ ਕੀਤਾ ਹੈ। ਇਹ ਕੰਪਨੀਜ਼ ਜਿਹੜੀਆਂ ਹੈ ਦੇ ਵਿਲ ਟਰਾਈ ਟੂ ਕਨਵਰਟ ਸਟਬਲ ਇਨਟੂ ਬਾਇਓਗੈਸ। ਰਾਈਟ, ਸੋ ਇੰਸਟੈਡ ਆਫ ਬਰਨਿੰਗ ਦੀ ਸਟਬਲ, ਜਿਹੜਾ ਪਰਾਲੀ ਆਪਾਂ ਕਹਿੰਦੇ ਹੈ ਸਾੜਨ ਦੀ ਬਜਾਏ, ਵੀ ਵਿਲ ਬੀ ਕਨਵਰਟਿੰਗ ਇਨਟੂ ਫਿਊਲ ਫॉर ਫਿਊਚਰ। ਰਾਈਟ, ਸੋ ਦਿਸ ਇਜ਼ ਦ ਬੈਸਟ ਵੇ ਦੈਟ ਵੀ ਕੈਨ ਯੂਜ਼ ਆਵਰ ਵੇਸਟ। ਇਸੇ ਲਈ ਤੁਸੀਂ ਦੇਖੋ MS ਸਵਾਮੀਨਾਥਨ ਨੇ ਵੀ ਇੱਕ ਬਹੁਤ ਇੰਪੋਰਟੈਂਟ ਕੋਟ ਦਿੱਤੀ ਹੈ ਦੈਟ ਯੂ ਕੈਨ ਯੂਜ਼ ਇਨ ਯੋਰ ਆਨਸਰਸ ਔਰ ਐਸੇਸ। ਦ ਸੋਲਿਊਸ਼ਨ ਟੂ ਕ੍ਰੌਪ ਸਟਬਲ ਬਰਨਿੰਗ ਲਾਈਜ਼ ਇਨ ਟਰਨਿੰਗ ਵੇਸਟ ਇਨਟੂ ਵੈਲਥ, ਰਾਈਟ, ਬਾय ਸਾਈਕਲਿੰਗ ਇਟ। ਠੀਕ ਹੈ ਜੀ, ਇਹ ਕੋਟ ਲਿਖ ਕੇ ਰੱਖ ਸਕਦੇ ਹੋ, ਇਹ ਐਗਜ਼ਾਮਪਲ ਆਪਦੇ ਕੋਲ ਲਿਖ ਕੇ ਰੱਖੋ। ਯੂ ਕੈਨ ਮੈਂਸ਼ਨ ਦਿਸ ਇਨ ਯੋਰ ਆਨਸਰਸ ਆਫ ਇਕੋਨਮੀ, ਇਨਵਾਇਰਮੈਂਟ ਐਂਡ ਐਸੇਸ ਆਲਸੋ, that will fetch you more marks, right? Now, second topic, PM Modi praises youth for 31% hike in patent lease। ਰਾਈਟ, ਸੋ ਪੇਟੈਂਟ ਤੁਸੀਂ ਜਾਣਦੇ ਹੀ ਹੋ ਇਨੋਵੇਟਿਵ ਵਰਕ ਲਈ, ਕਿਸੇ ਇਨੋਵੇਸ਼ਨ ਲਈ ਦਿੱਤਾ ਜਾਂਦਾ ਹੈ। ਰਾਈਟ, ਸੋ ਹੁਣ ਇੱਕ ਬਹੁਤ ਹੀ ਸਿਗਨੀਫਿਕੈਂਟ ਡਿਵੈਲਪਮੈਂਟ ਹੈ। ਜਿਹੜਾ ਇੰਡੀਆ ਹੈ ਉਹਦੇ ਨੰਬਰ ਆਫ ਪੇਟੈਂਟਸ that it is filing, they are increasing day by day। right, over the years the number of patents that have been filed, they are increasing। ਇਹਦਾ क्या मतलब है, अगर patent filing increase हो रही है, that means innovation is increasing a lot in India। right, that means the youth of India are delivering their promise to India। ਰਾਈਟ, ਇਸੇ ਲਈ PM ਮੋਦੀ ਜਿਹੜੇ ਆ ਉਹ ਕਾਫੀ ਖੁਸ਼ ਨੇ ਕਿਉਂਕਿ ਇਸ ਸਾਲ 31% ਸਪਾਈਕ ਜਾਂ ਇਨਕਰੀਜ਼ ਦੇਖਿਆ ਗਿਆ ਹੈ ਇਨ ਨੰਬਰ ਆਫ ਪੇਟੈਂਟ ਫਾਈਲਿੰਗ। ਰਾਈਟ, ਐਂਡ ਇਹ ਸਾਰਾ ਡਾਟਾ ਆਪਾਂ ਨੂੰ ਮਿਲਿਆ ਕਿੱਥੋਂ? ਸੋ ਵਰਲਡ ਇੰਟੈਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ ਹੈ ਵਿਪੋ, every year annually it is presenting its report on intellectual property rights। ਤੇ ਇਸ 'ਚ ਹੀ ਇਹਨੇ ਦੱਸਿਆ ਹੈ ਕਿ 2022 ਵਿੱਚ ਅਗਰ ਦੇਖਿਆ ਜਾਵੇ ਪੇਟੈਂਟ ਫਾਈਲਿੰਗ ਦੀ ਗਰੋਥ ਰੇਟ ਇੰਡੀਆ ਵਿੱਚ 31.6% ਹੈ, ਜਿਹੜੀ ਕਿ ਬਹੁਤ ਹੀ ਸਿਗਨੀਫਿਕੈਂਟ ਅਮਾਊਂਟ ਹੈ। ਠੀਕ ਹੈ ਜੀ, ਪਿਛਲੇ 11 ਸਾਲਾਂ 'ਚ ਅਗਰ ਤੁਸੀਂ ਦੇਖੋ ਕੰਟੀਨਿਊਸਲੀ ਇੰਡੀਆ ਦੀ ਪੇਟੈਂਟ ਫਾਈਲਿੰਗ ਜਿਹੜੀ ਹੈ ਇਨਕਰੀਜ਼ ਹੁੰਦੀ ਜਾ ਰਹੀ ਹੈ। ਰਾਈਟ, ਹੁਣ ਇੰਡੀਆ ਵਨ ਆਫ ਦਾ ਟੌਪ ਕੰਟਰੀ ਹੈ, ਪ੍ਰੀਸੀਡਡ ਬਾय ਚਾਈਨਾ, US, ਜਾਪਾਨ, ਕੋਰੀਆ, ਜਰਮਨੀ, ਇਹੋ ਜਿਹੀ ਕੰਟਰੀਜ਼ ਦੇ ਵਿੱਚ ਆਉਂਦਾ ਹੈ ਜੋ ਕਿ ਇਨੋਵੇਸ਼ਨ ਲਈ ਪੇਟੈਂਟਸ ਲਈ ਜਾਣੀਆਂ ਜਾ ਰਹੀਆਂ ਨੇ। ਹੁਣ ਇੰਡੀਆ ਨੇ ਵੀ ਆਪਦਾ ਨਾਮ ਇੱਥੇ ਯੂ ਕੈਨ ਸੇ ਐਸਟੈਬਲਿਸ਼ ਕਰਾ ਦਿੱਤਾ ਹੈ। ਰਾਈਟ, ਈਵਨ ਇਨ ਇੰਡਸਟਰੀਅਲ ਡਿਜ਼ਾਈਨ ਐਪਲੀਕੇਸ਼ਨਸ ਤੁਸੀਂ ਦੇਖੋ, ਅਗਰ ਇੰਡਸਟਰੀ ਦੇ ਵਿੱਚ ਜੋ ਇਨੋਵੇਸ਼ਨਸ ਹੁੰਦੀਆਂ ਹੈ ਉਹਦੇ ਵਿੱਚ ਵੀ ਇੰਡੀਆ ਟੌਪ 5 ਕੰਟਰੀਜ਼ ਦੇ ਵਿੱਚ ਇਮਰਜ ਹੋ ਕੇ ਆਇਆ ਹੈ। right, so all in all India is progressing a lot in the innovation sphere and that is what is indicated by this data। ठीक है जी, innovation ਨਾਲ related youth and related articles essays 'ਚ ਹੀ use ਕਰ ਸਕਦੇ ਹੋ। Then air quality is severe again, Delhi mulls artificial rain। right, so Delhi is also suffering with lot of air pollution, different reasons ਦੀ ਵਜ੍ਹਾ ਤੋਂ, vehicles ਹੋਣ ਜਾਂ ਫਿਰ stubble burning ਹੋਵੇ, construction activity ਹੋਵੇ ਜਾਂ ਫਿਰ deforestation ਹੋਵੇ ਜਾਂ brick kilns ਹੋਣ ਜਾਂ ਫਿਰ industries ਹੋਣ, because of a numerous reasons Delhi's air quality is turning severe each day।
ਠੀਕ ਹੈ। ਹੁਣ ਦੀਵਾਲੀ ਦੇ ਅਰਾਊਂਡ ਤਾਂ ਆਪਾਂ ਨੂੰ ਪਤਾ ਹੀ ਹੈ, ਦੀਵਾਲੀ, ਸਟਬਲ ਬਰਨਿੰਗ, ਵਹੀਕੂਲਰ ਪੋਲਿਊਸ਼ਨ ਸਭ ਮਿਲਾ ਕੇ ਪੀਕ ਤੇ ਹੁੰਦੀ ਹੈ 에ਅਰ ਪੋਲਿਊਸ਼ਨ ਦਿੱਲੀ ਦੇ ਵਿੱਚ, ਰਾਈਟ। ਸੋ ਕਰੰਟਲੀ ਵੀ ਇਹੀ ਹੋਇਆ ਹੈ ਕਿ ਸਿਵੀਅਰ ਟੱਚ ਕਰ ਗਈ ਹੈ ਕੈਟੇਗਰੀ ਦਿੱਲੀ ਦੀ 에ਅਰ ਕੁਆਲਿਟੀ। ਸੋ ਇਸ ਪ੍ਰੋਬਲਮ ਨੂੰ ਡੀਲ ਕਰਨ ਲਈ ਦਿੱਲੀ ਗਵਰਨਮੈਂਟ ਕਿਆ ਸੋਲਿਊਸ਼ਨ ਸੋਚ ਰਹੀ ਹੈ? ਆਰਟੀਫਿਸ਼ੀਅਲ ਰੇਨ ਕਰਾਉਣ ਦਾ, ਰਾਈਟ। ਆਰਟੀਫਿਸ਼ੀਅਲ ਰੇਨ ਕਰਾਉਣਗੇ, ਡਸਟ ਪਾਰਟੀਕਲ ਜਿਹੜੇ ਆ ਉਹਨਾਂ ਨੂੰ ਡਿਸੈਮੀਨੇਟ ਕਰਨਗੇ ਤੇ ਇਹਦੇ ਨਾਲ ਕਲਾਊਡ ਸੀਡਿੰਗ ਦੀ ਟੈਕਨੋਲੋਜੀ ਯੂਜ਼ ਕਰਕੇ ਆਰਟੀਫਿਸ਼ੀਅਲ ਰੇਨ ਹੋਏਗੀ। ਆਈ ਹੋਪ ਯੂ ਅੰਡਰਸਟੈਂਡ ਦਿਸ ਇਜ਼ ਅ ਵੈਰੀ ਇੰਪੋਰਟੈਂਟ ਕਨਸੈਪਟ। ਜੀਓਗ੍ਰਾਫੀ ਜਾਂ ਇਨਵਾਇਰਨਮੈਂਟ ਕਰਦੇ ਹੋਏ ਯੂ ਹੈਵ ਟੂ ਕਵਰ ਦਿਸ ਇਨ ਡਿਟੇਲ। ਕਲਾਊਡ ਸੀਡਿੰਗ ਕਿਵੇਂ ਹੁੰਦੀ ਹੈ, ਆਰਟੀਫਿਸ਼ੀਅਲ ਰੇਨ ਕਿਵੇਂ ਕਰਾਈ ਜਾਂਦੀ ਹੈ, ਵਿਚ ਆਰ ਦੋਜ਼ ਏਜੰਟਸ ਦੈਟ ਆਰ ਯੂਜ਼ਡ ਫॉर ਕਲਾਊਡ ਸੀਡਿੰਗ, ਰਾਈਟ। ਅਗਰ ਤੁਹਾਨੂੰ ਪਤਾ ਹੈ ਤਾਂ ਕਮੈਂਟਸ ਵਿੱਚ ਲਿਖੋ, ਰਾਈਟ। ਸੋ ਇਸ ਕੁਐਸਚਨ ਵਿੱਚ ਇਹ ਪਲੀਜ਼ ਚੰਗੀ ਤਰ੍ਹਾਂ ਯਾਦ ਰੱਖੋ ਤੇ ਸ਼ਾਰਟ ਨੋਟ ਪੰਜਾਬ ਪੀਸੀਐਸ ਚ ਲਿਖਣਾ ਆ ਸਕਦਾ ਹੈ ਤੁਹਾਨੂੰ, ਕਲਾਊਡ ਸੀਡਿੰਗ ਕਿਆ ਹੁੰਦੀ ਹੈ। 2 ਨੰਬਰ ਦਾ ਕੁਐਸਚਨ ਡੈਫੀਨੇਟਲੀ ਆ ਸਕਦਾ ਹੈ, ਰਾਈਟ। ਸੋ ਕਵਰ ਇਟ ਇਨ ਡਿਟੇਲ। ਨੈਕਸਟ ਹੈਗਾ ਹੈ ਰਿਕਾਰਡ 7.5 ਮਿਲੀਅਨ ਪੀਪਲ ਡਾਇਗਨੋਸਡ ਵਿਦ ਟੀਬੀ ਇਨ 2022। ਠੀਕ ਹੈ ਜੀ। ਟਿਊਬਰਕਲੋਸਿਸ ਜਿਹੜੀ ਹੈ ਕਾਫੀ ਇੰਪੋਰਟੈਂਟ ਜਾਂ ਤੁਸੀਂ ਕਹਿ ਸਕਦੇ ਹੋ ਕਾਫੀ ਹਾਨੀਕਾਰਕ ਬਿਮਾਰੀ ਹੈ ਦੈਟ ਦ ਵਰਲਡ ਇਜ਼ ਸਫਰਿੰਗ ਵਿਦ। ਠੀਕ ਹੈ। ਹੁਣ ਲੇਟੈਸਟ ਜਿਹੜੀ WHO ਦੀ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਟਿਊਬਰਕਲੋਸਿਸ ਤੇ ਜੋ ਲੇਟੈਸਟ ਰਿਪੋਰਟ ਆਈ ਹੈ that has shown ਕਿ ਟਿਊਬਰਕਲੋਸਿਸ ਦੇ ਡਾਇਗਨੋਸ ਹੋਣ ਵਾਲੇ ਲੋਕ 7.5 ਮਿਲੀਅਨ ਸੀਗੇ ਇਸ ਸਾਲ। The highest that we can record since WHO has been established, or since WHO has been monitoring the disease, ਅੱਜ ਤੱਕ ਦੇ ਹਾਈਐਸਟ ਡਾਇਗਨੋਸਡ ਕੇਸਿਸ ਜਿਹੜੇ ਆ ਉਹ ਸਾਹਮਣੇ ਆਏ ਹੈ। ਠੀਕ ਹੈ। 2021 ਨਾਲ ਅਗਰ ਤੁਸੀਂ ਕੰਪੇਅਰ ਕਰੋ, the people who were impacted by TB they have grown। ठीक है। 10.3 million to 10.6 million people have been suffering from TB in these years। इसीलिए काफी कंसर्न वाली गल है क्योंकि हर साल TB ਜਿਹੜਾ ਹੈ ਵੱਧਦਾ ਜਾ ਰਿਹਾ ਹੈ, ਰਾਈਟ। ਸਾਊਥ ਈਸਟ ਏਸ਼ੀਅਨ ਰੀਜਨ ਚ ਅਗਰ ਦੇਖੋ ਤਾਂ ਹਾਈਐਸਟ ਅਮਾਉਂਟ ਆਫ TB ਪੇਸ਼ੈਂਟਸ ਆਪਾਂ ਨੂੰ ਮਿਲਦੇ ਨੇ ਸਾਊਥ ਈਸਟ ਏਸ਼ੀਅਨ ਰੀਜਨ। ਆਈ ਹੋਪ ਯੂ ਅੰਡਰਸਟੈਂਡ ਵਿਚ ਰੀਜਨ ਆਈ ਐਮ ਟਾਕਿੰਗ ਅਬਾਊਟ। ਇੰਡੀਆ, this Asian countries, all of these they combinedly form Southeast Asia। ਠੀਕ ਹੈ ਜੀ। followed by Africa, ਰਾਈਟ। ਸੋ ਉਸ ਤੋਂ ਵੀ ਵੱਡੀ ਕੰਸਰਨ ਦੀ ਗੱਲ ਹੈ ਕਿ ਮਲਟੀ ਡਰਗ ਰੈਜ਼ਿਸਟੈਂਟ TB ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ, ਰਾਈਟ। ਆਈ ਹੋਪ ਯੂ ਹੈਵ read the theory of TB। ਠੀਕ ਹੈ। TB ਜਿਹੜਾ TB ਨੂੰ ਡੀਲ ਕਰਨ ਲਈ ਆਪਾਂ ਕੁਝ ਡਰੱਗਸ ਜਾਂ ਦਵਾਈਆਂ ਦਿੰਨੇ ਹੈ, ਰਾਈਟ। ਬਟ TB ਦਾ ਬੈਕਟੀਰੀਆ ਇੰਨਾ ਸਟਰੋਂਗ ਜਾਂ ਮਿਊਟੇਟ ਕਰਦਾ ਜਾ ਰਿਹਾ ਹੈ ਕਿ ਉਹ ਇਹ ਵਾਲੇ ਡਰੱਗਸ ਨੂੰ ਵੀ ਫਾਈਟ ਕਰ ਪਾ ਰਿਹਾ ਹੈ। ਇਟ ਇਜ਼ ਨਾਟ ਗੈਟਿੰਗ ਕਿਲਡ ਵਿਦ ਥੀਸ ਡਰੱਗਸ। ਠੀਕ ਹੈ। ਤਾਂ ਆਪਾਂ ਐਡੀਸ਼ਨਲੀ ਹੋਰ ਕੋਈ ਡਰੱਗ ਐਡ ਕਰਕੇ ਉਹਨੂੰ ਡੀਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਟ TB ਦਾ ਬੈਕਟੀਰੀਆ ਇੰਨਾ ਸਟਰੋਂਗ ਹੋਈ ਜਾ ਰਿਹਾ ਹੈ ਕਿ ਉਹ ਇੰਨਾ ਮਲਟੀਪਲ ਡਰੱਗਸ ਨੂੰ ਵੀ ਫਾਈਟ ਕਰਨ ਦੇ ਕਾਬਿਲ ਬਣਦਾ ਜਾ ਰਿਹਾ ਹੈ। that is what is multiple drug resistant TB in layman's term। ਜਮਾਂ ਬੇਸਿਕ ਲੈਵਲ ਤੇ ਤੁਹਾਨੂੰ ਸਮਝਾਇਆ ਹੈ। ਟੈਕਨੀਕਲ ਡਿਟੇਲਸ ਤੁਸੀਂ ਸਾਇੰਸ ਐਂਡ ਟੈਕਨੋਲੋਜੀ ਜਦੋਂ ਪੜੋਗੇ ਯੂ ਵਿਲ ਗੈਟ ਟੂ ਨੋ ਦੈਟ। ਠੀਕ ਹੈ। ਬੇਸਿਕਲੀ ਇਹ ਮਤਲਬ ਹੁੰਦਾ ਹੈ। ਸੋ ਇਹ ਕਾਫੀ ਕੰਸਰਨ ਜਿਹੀ ਗੱਲ ਹੈ ਕਿ ਤੁਸੀਂ ਦਵਾਈਆਂ ਬਣਾ ਰਹੇ ਹੋ ਬਟ ਦਵਾਈਆਂ ਦਾ ਵੀ ਕੋਈ ਇਫੈਕਟ ਨਹੀਂ ਹੋ ਰਿਹਾ ਹੈ ਬੈਕਟੀਰੀਆ ਤੇ। ਸੋ ਓਬਵੀਅਸਲੀ ਤੁਸੀਂ ਕਿਵੇਂ ਬਿਮਾਰੀ ਨੂੰ ਰੋਕੋਗੇ? that is why the rise in the MDR, multi drug resistant TB, is again a very major issue। The report says that it remains a public health crisis even today। Estimated 4.1 lakh people they are suffering from multi drug resistant TB। ठीक है जी। इसलिए काफी इशू वाला गल है, लिख के रख सकते हो। कई बार क्वेश्चन आ जाता है या ऐसे वगैरह विच यूज कर सकते हो, राइट। नाउ वेरी इंपॉर्टेंट फॉर प्रीलिम्स, प्रलय मिसाइल ਜਿਹੜੀ ਹੈ ਉਹ ਲਾਂਚ ਹੋਈ ਹੈ। ਸੋ ਇਹਦੇ ਬਾਰੇ ਜਾਣਕਾਰੀ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਪ੍ਰਲय ਦੇ ਬਾਰੇ ਥੋੜਾ ਜਿਹਾ ਦੇਖ ਲੈਂਦੇ ਆ। ਸਰਫੇਸ ਟੂ ਸਰਫੇਸ ਮਿਸਾਈਲ ਹੈ, ਰਾਈਟ। ਸਰਫੇਸ ਤੋਂ ਸਟਾਰਟ ਹੁੰਦੀ ਹੈ, ਸਰਫੇਸ ਤੇ ਹੀ ਇਹਦਾ ਟਾਰਗੇਟ ਹੁੰਦਾ ਹੈ। ਸ਼ਾਰਟ ਰੇਂਜ ਮਿਸਾਈਲ ਹੈ, ਰਾਈਟ। ਸ਼ਾਰਟ ਡਿਸਟੈਂਸ ਹੀ ਟਰੈਵਲ ਕਰੇਗੀ। ਬੈਲਿਸਟਿਕ ਮਿਸਾਈਲ ਹੈ, ਰਾਈਟ। ਸੋ ਬੈਲਿਸਟਿਕ ਤੇ ਕਰੂਜ਼ ਮਿਸਾਈਲਸ ਕਿਆ ਹੁੰਦੀਆਂ? ਵੈਸੇ ਮੈਂ ਬਹੁਤ ਵਾਰ ਡਿਟੇਲ ਚ ਤੁਹਾਨੂੰ ਦੱਸਿਆ ਹੋਇਆ ਹੈ, ਜਸਟ ਆਈ ਵਿਲ ਰਿਪੀਟ। ਬੈਲਿਸਟਿਕ ਜੋ ਹੈ ਇਸ ਤਰੀਕੇ ਨਾਲ ਟ੍ਰੈਜੈਕਟਰੀ ਫੋਲੋ ਕਰਦੀ ਹੈ, ਰਾਈਟ। ਕਰੂਜ਼ ਜਿਹੜੀ ਆ ਉਹ ਡਾਇਰੈਕਟਲੀ ਸਟ੍ਰੇਟ ਲਾਈਨ ਵਿੱਚ ਤੁਸੀਂ ਕਹਿ ਸਕਦੇ ਹੋ ਆਲਮੋਸਟ ਟਰੈਵਲ ਕਰਦੀ ਹੈ, ਰਾਈਟ। ਇਹ ਬਹੁਤ ਟਾਈਮ ਗ੍ਰੈਵਿਟੀ ਦੀ ਫੋਰਸ ਦੇ ਅੰਡਰ ਵੀ ਕੰਮ ਕਰਦੀ ਹੈ, ਜਦਕਿ ਇਸ ਚ ਤੁਹਾਨੂੰ ਸਾਰਾ ਟਾਈਮ ਫਿਊਲ ਦੇ ਮਦਦ ਨਾਲ ਹੀ ਇਟ ਵਿਲ ਟਰੈਵਲ, ਰਾਈਟ। ਸੋ ਹੁਣ ਪ੍ਰਲय ਦੇ ਬਾਰੇ ਥੋੜੀ ਜਿਹੀ ਡਿਟੇਲ ਹੋਰ ਕਰ ਲੈਂਦੇ ਆ। ਵੈਸੇ ਬਲਾਸਟਿਕ ਤੇ ਕਰੂਜ਼ ਮਿਸਾਈਲ ਚ ਵੀ ਡਿਫਰੈਂਸ ਲਿਖਣਾ ਆ ਸਕਦਾ ਹੈ, ਸੋ ਆਈ ਹੈਵ ਐਡਿਡ ਇਟ ਹੇਅਰ, ਯੂ ਕੈਨ ਸੀ ਇਟ, ਰਾਈਟ। ਪ੍ਰਲय is India's first conventional quasi ballistic missile। ठीक है। quasi मतलब थोड़ी ballistic वर्गी ही है बट लिटिल बिट डिफरेंट
ਕੈਰੈਕਟਰਿਸਟਿਕਸ ਆਰ देयर ਉਹ ਡਿਫਰੈਂਟ ਕੈਰੈਕਟਰਿਸਟਿਕਸ ਕਿਆ ਹੈ ਇਹਦੀ ਟ੍ਰੈਜੈਕਟਰੀ ਜਿਹੜੀ ਹੈ ਲੋ ਹੁੰਦੀ ਹੈ ਬਹੁਤ ਉੱਚੀ ਇਸ ਤਰੀਕੇ ਨਾਲ ਨਹੀਂ ਜਾਏਗੀ ਤੁਸੀਂ ਕਹਿ ਸਕਦੇ ਹੋ ਟ੍ਰੈਜੈਕਟਰੀ ਜਿਹੜੀ ਹੈ ਉਹ ਲੋ ਰਹੇਗੀ ਠੀਕ ਹੈ ਐਂਡ ਰਾਸਤੇ ਦੇ ਵਿੱਚ ਵੀ ਇਹ ਮੈਨੂਵਰ ਕਰ ਸਕਦੀ ਹੈ that is the meaning of quasi ballistic missile ਠੀਕ ਹੈ ਜੀ ਇਹ ਜਿਹੜੀ ਇਹਦੀ ਰੇਂਜ 1500 150 ਸੌਰੀ 1500 ਨਹੀਂ ਸ਼ਾਰਟ ਰੇਂਜ ਆਪਾਂ ਕਹਿ ਰਹੇ ਹਾਂ 150 ਟੂ 300 400 ਜਾਂ ਇਹਨਾਂ ਨੇ ਲਿਖਿਆ ਹੋਇਆ 500 ਮੈਕਸਿਮਮ ਤੱਕ ਜਾ ਜਾਏਗੀ ਠੀਕ ਹੈ ਸ਼ਾਰਟ ਰੇਂਜ ਬਹੁਤ ਹੀ ਸ਼ਾਰਟ ਰੇਂਜ ਮਿਸਾਈਲ ਹੈ ਬਹੁਤ ਲੰਬਾ ਡਿਸਟੈਂਸ ਕਵਰ ਨਹੀਂ ਕਰੇਗੀ ਰਾਈਟ ਠੀਕ ਹੈ ਜੀ ਸਰਫੇਸ ਟੂ ਸਰਫੇਸ ਰਹੇਗੀ ਠੀਕ ਹੈ ਬਟ ਇਹ ਇੰਡੀਅਨ ਆਰਮੀ ਦੀ ਇਨਵੈਂਟਰੀ ਵਿੱਚ ਲੌਂਗੈਸਟ ਰੇਂਜ ਸਰਫੇਸ ਟੂ ਸਰਫੇਸ ਮਿਸਾਈਲ ਹੈ ਦੇਖੋ ਪ੍ਰਿਥਵੀ ਵੀ ਸਰਫੇਸ ਟੂ ਸਰਫੇਸ ਮਿਸਾਈਲ ਹੈ ਬਟ ਉਹਨਾਂ ਦੀ ਰੇਂਜ ਜਿਹੜੀ ਹੈ ਕਾਫੀ ਘੱਟ ਹੁੰਦੀ ਹੈ 150 200 300 ਤੱਕ ਹੁੰਦੀ ਹੈ ਬਟ ਦਿਸ ਪ੍ਰਲੇ ਇਜ਼ ਦੀ ਲੌਂਗੈਸਟ ਰੇਂਜ ਸਰਫੇਸ ਟੂ ਸਰਫੇਸ ਮਿਸਾਈਲ that ਇੰਡੀਅਨ ਆਰਮੀ ਹੈਜ਼ in its inventory ਰਾਈਟ ਇਹ ਫੈਕਟ ਯਾਦ ਰੱਖਣਾ ਹੈ ਇਹ ਤੇ ਕੁਐਸਚਨ ਬਣ ਸਕਦਾ ਹੈ ਰਾਈਟ ਸੋ ਮੇਨਸ 'ਚ ਵੀ ਕੁਐਸਚਨ ਆ ਸਕਦਾ ਹੈ ਪ੍ਰੀਲਿਮਸ ਤੇ ਵੀ ਸੋ ਕਵਰ ਦਿਸ ਟੌਪਿਕ ਵੈਲ ਇੱਥੇ ਜਿੰਨੀ ਵੀ ਇਨਫੋਰਮੇਸ਼ਨ ਦਿੱਤੀ ਹੈ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਰਾਈਟ ਨੈਕਸਟ ਆ ਗਿਆ ਡੀਪ ਫੇਕਸ ਦਾ ਕਾਫੀ ਇਸ਼ੂ ਹੈ ਜਦੋਂ ਨਕਲੀ ਚਿਹਰੇ ਨਕਲੀ ਇਨਸਾਨਾਂ ਦੇ ਉੱਤੇ ਜਾਂ ਗਲਤ ਚਿਹਰਾ ਅਲੱਗ ਇਨਸਾਨ ਦੇ ਉੱਤੇ ਲਗਾ ਦਿੱਤਾ ਜਾਂਦਾ ਹੈ ਇਸ ਤਰੀਕੇ ਨਾਲ ਡੀਪ ਫੇਕਸ AI ਦੇ ਯੂਜ਼ ਨਾਲ ਬਣਦੇ ਜਾ ਰਹੇ ਹੈ ਰੀਸੈਂਟ ਐਗਜ਼ਾਮਪਲ ਆਪਾਂ ਦੇਖੀ ਸੀ ਬਹੁਤ ਹੀ ਇੰਪੋਰਟੈਂਟ ਐਕਟਰ ਸਾਊਥ ਇੰਡੀਅਨ ਐਕਟਰ ਰਸ਼ਮਿਕਾ ਮੰਦਾਨਾ ਇਹਨਾਂ ਦੀ ਫੋਟੋਗ੍ਰਾਫ ਨੂੰ ਮੌਫ ਕਰਕੇ ਕਿਸੇ ਹੋਰ ਦੀ ਬੋਡੀ ਤੇ ਇਹਨਾਂ ਦੀ ਚਿਹਰਾ ਲਗਾ ਕੇ ਫੇਕ ਨਿਊਜ਼ ਟਾਈਪ ਸਪਰੈਡ ਕੀਤੀ ਜਾ ਰਹੀ ਸੀ ਰਾਈਟ ਸੋ ਕਾਫੀ ਸਾਰੇ ਕੰਸਰਨਸ ਜਤਾਏ ਜਾ ਰਹੇ ਹੈ ਕਿ ਇਸ ਤਰੀਕੇ ਦੇ ਡੀਪ ਫੇਕਸ ਮਤਲਬ ਫੇਕ ਮੀਡੀਆ ਜਨਰੇਟਡ ਬਾय AI ਰਾਈਟ ਡੈਫੀਨੇਸ਼ਨ ਯਾਦ ਰੱਖੋ ਫੇਕ ਮੀਡੀਆ ਜਨਰੇਟਡ ਬਾय AI ਇਹ ਬਹੁਤ ਹੀ ਯੂ ਕੈਨ ਸੇ ਹਾਰਮਫੁਲ ਕਿਉਂ ਹੈ ਓਬਵੀਅਸਲੀ ਤੁਸੀਂ ਦੇਖੋ ਕਿ ਤੁਹਾਡੇ ਕਿਸੇ ਦੀ ਬੋਡੀ ਤੇ ਤੁਹਾਡਾ ਚਿਹਰਾ ਲਗਾ ਦਿੱਤਾ ਗਿਆ ਹੈ ਇਟ ਕੈਨ ਬੀ ਵਾਇਲੇਟਿੰਗ ਯੋਰ ਪ੍ਰਾਈਵੇਸੀ ਇਟ ਕੈਨ ਸ਼ੋ ਯੂ ਇਨ ਬੈਡ ਲਾਈਟ ਠੀਕ ਹੈ ਤੁਹਾਡੀ ਰੈਪੂਟੇਸ਼ਨ ਨੂੰ ਹਾਰਮ ਕਰਨ ਦੇ ਲਈ ਯੂਜ਼ ਕੀਤਾ ਜਾ ਸਕਦਾ ਹੈ ਗਲਤ ਇਨਫੋਰਮੇਸ਼ਨ ਦੁਨੀਆ 'ਚ ਸਪਰੈਡ ਕਰਨ ਲਈ ਬਣਾਇਆ ਜਾ ਸਕਦਾ ਹੈ ਲੈਟਸ ਸੇ ਯੂ ਆਰ ਵਿਰਾਟ ਕੋਹਲੀ ਠੀਕ ਹੈ ਸੋ ਤੁਹਾਡਾ ਚਿਹਰਾ ਇੱਕ ਪਬ ਵਿੱਚ ਬੈਠੇ ਹੋਏ ਦਿਖਾਤਾ ਦੈਟ ਯੂ ਆਰ ਸਮੋਕਿੰਗ ਡਰੱਗਸ ਔਰ ਸਮਥਿੰਗ ਲਾਈਕ ਦੈਟ ਯੂ ਆਰ ਡੂਇੰਗ ਜਦ ਕਿ ਤੁਸੀਂ ਉੱਥੇ ਬੈਠੇ ਨਹੀਂ ਸੀ ਵਿਰਾਟ ਕੋਹਲੀ ਵਾਸ ਨਾਟ ਸਿਟਿੰਗ ਇਨਟੂ ਦੈਟ ਵਿਰਾਟ ਕੋਹਲੀ ਇਜ਼ ਨਾਟ ਇਨਟੂ ਡਰੱਗਸ ਹਾਂ ਬਟ their deep fakes ਦੇ ਨਾਲ it was shown to the world that he is sitting at such a place right AI use ਕਰਕੇ ਚਿਹਰਾ ਮੌਫ ਕਰਕੇ this is what has been done obviously misinformation privacy ਨੂੰ violate ਕੀਤਾ harm reputation ਨੂੰ ਕਿਸੇ ਦੀ harm ਕਰਤਾ crime rate ਵਧਾਉਣ 'ਚ ਕੰਮ ਆ ਸਕਦਾ ਹੈ ਇਹ ਸਪੈਸ਼ਲੀ women ਲਈ ਤਾਂ ਕਾਫੀ ਹਾਨੀਕਾਰਕ ਹੈ ਕਿਸੇ ਦਾ ਚਿਹਰਾ ਕਿਸੇ ਤੇ ਨਿਊਡਿਟੀ ਐਂਡ ਆਲ this can be done a lot so ਇਹ ਬਹੁਤ ਹੀ ਕੰਸਰਨਿੰਗ ਹੈ ਸਪੈਸ਼ਲੀ ਜੈਂਡਰ ਵਾਇਲੈਂਸ ਦੀ ਵਿਜ਼ਨ ਤੋਂ ਰਾਈਟ ਐਂਡ ਇੰਡੀਆ ਅਗਰ ਤੁਸੀਂ ਦੇਖੋ ਤਾਂ 6th ਮੋਸਟ ਵਲਨਰੇਬਲ ਕੰਟਰੀ ਹੈ ਟੂ ਡੀਪ ਫੇਕਸ ਐਂਡ ਯੂਜ਼ ਆਫ ਸੱਚ ਟੈਕਨੋਲੋਜੀ ਜੋ ਕਿ ਇੰਡੀਆ ਨੂੰ ਹੋਰ ਵੀ ਕੰਸਰਨ ਜਤਾਉਂਦਾ ਹੈ ਕਿ ਇੰਡੀਆ ਨੂੰ ਸਟਰੋਂਗ ਸਟੈਪਸ ਲੈਣੇ ਚਾਹੀਦੇ ਹੈ ਠੀਕ ਹੈ ਜੀ ਇਟ ਇਜ਼ ਪ੍ਰਿਡਿਕਟਡ ਅਗਰ ਫਿਊਚਰ ਦੀ ਆਪਾਂ ਗੱਲ ਕਰੀਏ 5 ਲੱਖ ਵੀਡੀਓ ਐਂਡ ਆਡੀਓ ਡੀਪ ਫੇਕਸ ਵਿਲ ਬੀ ਸ਼ੇਅਰਡ ਔਨ ਸੋਸ਼ਲ ਮੀਡੀਆ ਦਿਸ ਈਅਰ ਇਟ ਇਜ਼ ਬੀਇੰਗ ਪ੍ਰਿਡਿਕਟਡ ਬਾਈ ਦੀ ਐਨਾਲਿਸਟ ਰਾਈਟ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਜ਼ਰੂਰੀ ਹੈ ਕਿ ਗਵਰਨਮੈਂਟਸ ਜਿਹੜੀਆਂ ਹੈ ਸਟਰੋਂਗ ਸਟੈਪਸ ਲੈਣ that can control such malicious activities ਠੀਕ ਹੈ ਅਗਰ ਤੁਸੀਂ ਇੰਡੀਆ ਵਿੱਚ ਦੇਖੋ ਕੁਝ ਲਾਜ਼ ਪ੍ਰੋਵੀਜ਼ਨਸ ਆਲਰੇਡੀ ਹੈ ਜਿਹੜੀ IT ਐਕਟ ਹੈ ਸਾਡੀ 2020 ਦੀ ਇਟ ਇਜ਼ ਆਲਰੇਡੀ ਹੈਵਿੰਗ ਸੱਚ ਪ੍ਰੋਵੀਜ਼ਨਸ ਜਿਹੜੀ ਕਿ ਜੇਲ ਟਰਮ ਦਿੰਦੀ ਹੈ 3 ਸਾਲਾਂ ਲਈ ਐਂਡ ਫਾਈਨ ਅਪ ਟੂ 1 ਲੱਖ for using computer resource for cheating or impersonating kind of ਕੁਛ broadly ਇਹ ਕਵਰ ਕਰਦੀ ਹੈ ਡੀਪ ਇਨ ਡਿਟੇਲ ਇਨ ਡੀਪ ਫੇਕਸ ਵਾਲਾ ਆਈਡੀਆ ਨਹੀਂ ਕਵਰ ਕੀਤਾ ਹੈ AI ਤੋਂ ਜਿੰਨੇ ਵੀ ਡੇਂਜਰਸ ਇਮਰਜ ਹੋ ਰਹੇ ਹੈ ਉਹਦੇ ਲਈ ਸਾਨੂੰ ਇੱਕ ਡੈਡੀਕੇਟਿਡ ਲਾਅ ਡੈਡੀਕੇਟਿਡ ਪ੍ਰੋਵੀਜ਼ਨਸ ਚਾਹੀਦੀਆਂ ਜਿਹੜੇ ਕਿ ਹਜੇ ਇੰਡੀਆ ਕੋਲ ਨਹੀਂ ਹੈ ਸੋ ਵੀ ਨੀਡ ਟੂ ਲੁੱਕ ਇਨਟੂ ਦੈਟ ਵੀ ਕੈਨ ਲਰਨ ਫਰਮ ਅਦਰ ਕੰਟਰੀਜ਼ ਰਾਈਟ UK 'ਚ ਦੇਖੋ ਆਨਲਾਈਨ ਸੇਫਟੀ ਐਕਟ ਹੈ ਵਿਚ ਕ੍ਰਿਮੀਨਲਾਈਜ਼ਸ ਡੀਪ ਫੇਕ ਪੌਰਨ ਕਿਸੇ ਦਾ ਚਿਹਰਾ ਕਿਤੇ ਲਗਾ ਕੇ ਇਫ ਯੂ ਆਰ generating a porn that you will be considered a criminal offense a case will be filed against you ਚਾਈਨਾ ਨੇ ਵੀ ਡੀਪ ਫੇਕਸ ਨੂੰ ਬੈਨ ਕੀਤਾ ਹੈ ਵਿਦਆਊਟ ਯੂਜ਼ਰ ਕੰਸਰਨ ਸਾਊਥ ਕੋਰੀਆ ਵੀ ਇਲੀਗਲ ਡੀਪ ਫੇਕਸ ਨੂੰ ਡਿਸਟ੍ਰੀਬਿਊਸ਼ਨ ਤੇ ਕੰਸੀਡਰ ਕਰਦਾ ਹੈ ਇਲੀਗਲ right so many countries have taken these steps india also needs to follow suit ਜਿੰਨੇ ਵੀ legal provisions ਚ ਆਪਣੇ ਹਜੇ ਵੈਕਿਊਮ ਹੈ ਉਹਨੂੰ ਫਿਲ ਕਰਨਾ ਬਹੁਤ ਜ਼ਰੂਰੀ ਹੈ because this is a problem
that will generate a lot of concerns, especially because India is the sixth most vulnerable country, and this year 5 lakh to zyada videos, fake videos will be generated, ਰਾਈਟ। ਸੋ ਇਸੇ ਲਈ ਇੰਡੀਆ ਲਈ ਸਟੈਪਸ ਲੈਣਾ ਜ਼ਰੂਰੀ ਹੈ। ਡੀਫੇਕਸ ਤੇ ਕੁਐਸਚਨ ਆ ਸਕਦਾ ਹੈ ਸੋਸਾਇਟੀ ਦੇ ਪਾਰਟ ਵਿੱਚ, ਹਾਊ ਇਟ ਇਜ਼ ਇੰਪੈਕਟਿੰਗ ਇੰਡੀਅਨ ਸੋਸਾਇਟੀ, ਰਾਈਟ। ਜੈਂਡਰ ਨੂੰ, ਵਿਮਨ ਨੂੰ ਕਿਵੇਂ ਇੰਪੈਕਟ ਕਰ ਰਿਹਾ ਹੈ, ਇਸ ਤਰੀਕੇ ਨਾਲ ਆ ਸਕਦਾ ਹੈ। ਐਸਿਸ 'ਚ ਵੀ ਯੂਜ਼ ਕਰ ਸਕਦੇ ਹੋ, ਬਹੁਤ ਇੰਪੋਰਟੈਂਟ ਟੌਪਿਕ ਹੈ, ਲਿਖ ਕੇ ਰੱਖੋ, ਰਾਈਟ। ਮੈਂਟਲ ਹੈਲਥ ਪਲਾਨ ਫॉर ਜੇਲ ਇਨਮੇਟਸ, ਠੀਕ ਹੈ ਜੀ। ਪੰਜਾਬ ਗਵਰਨਮੈਂਟ ਕਾਫੀ ਸਟੈਪਸ ਲੈ ਰਹੀ ਹੈ ਟੂ ਹੈਲਪ ਇਟਸ ਪ੍ਰਿਜ਼ਨਰਸ। ਦੇਖੋ ਪ੍ਰਿਜ਼ਨਰਸ ਦੀ ਹਾਲਤ ਜਿਹੜੀ ਹੈ ਕਾਫੀ ਖਰਾਬ ਚੱਲ ਰਹੀ ਹੁੰਦੀ ਆ। ਆਪਾਂ ਪਿਛਲੇ ਮਹੀਨੇ ਵੀ ਜਸਟਿਸ ਅਮਿਤਾਵ ਰਾਓ ਕਮੇਟੀ ਦੀ ਰਿਕਮੈਂਡੇਸ਼ਨਸ ਕੀਤੀਆਂ ਸੀ, ਵਿਚ ਆਰ ਵੈਰੀ ਇੰਪੋਰਟੈਂਟ ਟੂ ਰਾਈਟ ਇਨ ਦੀ ਆਂਸਰਸ। ਸੋ ਹੁਣ ਰੀਸੈਂਟਲੀ ਪੰਜਾਬ ਗਵਰਨਮੈਂਟ ਨੇ ਵੀ ਇੱਕ ਇੰਪੋਰਟੈਂਟ ਸਟੈਪ ਲਿੱਤਾ ਹੈ, ਇਨ ਵਿਚ ਦੇ ਵਿਲ ਬੀ ਸੈਂਡਿੰਗ ਕਾਉਂਸਲਰਸ ਇਨਟੂ ਪ੍ਰਿਜ਼ਨਰਸ ਟੂ ਹੈਲਪ ਦੀ ਪ੍ਰਿਜ਼ਨਰਸ ਵਿਦ देयर ਮੈਂਟਲ ਹੈਲਥ, ਠੀਕ ਹੈ ਜੀ। ਐਵੇਂ ਕਿਉਂ ਕੀਤਾ ਗਿਆ? ਕਿਉਂਕਿ ਦੇਖੋ ਰੀਸੈਂਟਲੀ ਸੁਪਰੀਮ ਕੋਰਟ ਨੇ ਇੱਕ ਸਟੱਡੀ ਕੰਡਕਟ ਕਰਾਈ ਸੀ ਵਿਦ ਇਨ ਦੀ ਜੇਲਸ, ਰਿਪੋਰਟ ਕੰਡਕਟ ਕਰਾਈ ਸੀ, ਜਿਸ 'ਚ ਪਾਇਆ ਗਿਆ ਸੀ ਕਿ 817 ਅਨਨੈਚੁਰਲ ਡੈਥਸ ਹੈ। ਅਨਨੈਚੁਰਲ ਮਤਲਬ ਕਈ ਲੋਕ ਤਾਂ ਦੇਖੋ ਬਿਮਾਰੀ ਵਗੈਰਾ ਕਰਕੇ ਮਰਦੇ ਆ, ਹਾਰਟ ਅਟੈਕ ਜਾਂ ਕੁਝ ਵੀ ਬਿਮਾਰੀ ਹੋਗੀ, ਦੈਟ ਇਜ਼ ਅ ਨੈਚੁਰਲ ਡੈਥ, ਜਾਂ ਏਜਿੰਗ ਕਰਕੇ ਮਰ ਜਾਂਦੇ ਆ, ਰਾਈਟ। ਹੁਣ 817 ਅਨਨੈਚੁਰਲ ਡੈਥਸ ਦੇ ਵਿੱਚੋਂ 660 ਜਿਹੜੇ ਸੀ ਸੁਸਾਈਡ ਸੀਗੇ, right? So this is a huge number, right? ਇੰਨੇ suicides ਅਗਰ prison 'ਚ ਹੋ ਰਹੇ ਹੈ, that means the condition of prison is not fine, or the prisoner is not able to manage the stress that is there in the prison. That is why this new scheme has been launched by Punjab mental health plan launch ਕਰ ਰਿਹਾ, ਜਿਹਦੇ ਵਿੱਚ ਸਾਰੀ prisons ਵਿੱਚ starting with the 4 prisons, that is ਲੁਧਿਆਣਾ, ਗੁਰਦਾਸਪੁਰ, ਪਟਿਆਲਾ ਤੇ ਅੰਮ੍ਰਿਤਸਰ, ਇਹਨਾਂ 4 prisons ਤੋਂ ਸਟਾਰਟ ਕਰਕੇ ਜਿਹੜੇ ਕਾਉਂਸਲਰਸ ਹੈ ਉਹ ਪੰਜਾਬ ਦੀ ਸਾਰੀ ਜੇਲ੍ਹਾਂ ਵਿੱਚ ਭੇਜੇ ਜਾਣਗੇ, ਸੋ ਦੈਟ ਉਹ ਸੈਂਸਿਟਾਈਜੇਸ਼ਨ ਜਾਂ ਫਿਰ ਮੈਂਟਲ ਹੈਲਥ ਨੂੰ ਕਿਵੇਂ ਮੈਨੇਜ ਕਰਨਾ ਹੈ ਇਸ 'ਚ ਹੈਲਪ ਕਰ ਸਕਣ ਪ੍ਰਿਜ਼ਨਰਸ ਨੂੰ, ਰਾਈਟ। ਸੋ ਇਹ ਤੁਸੀਂ ਲਿਖ ਸਕਦੇ ਹੋ। ਆਲਸੋ ਪੰਜਾਬ 'ਚ ਇਹ ਇਸ਼ੂ ਹੈ ਕਿ ਮੈਜੋਰਿਟੀ ਆਫ ਦੀ ਪ੍ਰਿਜ਼ਨਰਸ, ਅਗਰ ਤੁਸੀਂ 25,000 ਪ੍ਰਿਜ਼ਨਰਸ 'ਚ ਦੇਖੋ, ਉਹਨਾਂ ਵਿੱਚੋਂ 14,000 ਪ੍ਰਿਜ਼ਨਰਸ ਦੇ ਆਰ ਇਨ ਡਰਗ ਰਿਲੇਟਡ ਕੇਸਿਸ, ਤਾਂ ਇਹਨਾਂ ਨੂੰ ਤਾਂ ਹੋਰ ਵੀ ਕਾਉਂਸਲਿੰਗ ਦੀ ਜ਼ਰੂਰਤ ਹੈ, ਬਿਕੋਜ਼ ਦੇ ਆਰ ਐਡਿਕਟਸ ਨੂੰ ਆਪਦੀ ਮੈਂਟਲ ਹੈਲਥ ਮੈਨੇਜ ਕਰਨਾ ਹੋਰ ਵੀ ਔਖਾ ਹੈ। ਸੋ ਅਗੇਨ ਇਹਨਾਂ ਦੇ ਲਈ ਵੀ ਕਾਉਂਸਲਰਸ ਜਿਹੜੇ ਅਪਾਇੰਟ ਕੀਤੇ ਜਾ ਰਹੇ ਨੇ, ਰਾਈਟ। ਨਾਓ ਨੈਕਸਟ ਇੰਪੋਰਟੈਂਟ ਇਸ਼ੂ ਆਫ ਪੰਜਾਬ, ਪਾਵਰ ਸਬਸਿਡੀ। ਆਪਾਂ ਆਲਮੋਸਟ ਮੈਨੂੰ ਲੱਗਦਾ ਹਰ ਹਫਤੇ ਕੁਛ ਨਾ ਕੁਛ ਪਾਵਰ ਸਬਸਿਡੀ ਨਾਲ ਰਿਲੇਟਡ ਡਿਸਕਸ ਕਰਦੇ ਹੀ ਹੈ। ਪੰਜਾਬ 'ਚ ਦੇਖੋ ਪਾਵਰ ਸਬਸਿਡੀ ਦਾ ਬਰਡਨ ਬਹੁਤ ਬਹੁਤ ਹਿਊਜ ਹੈ। ਪੰਜਾਬ ਸਟੇਟ ਦੀ ਅਗਰ ਤੁਸੀਂ ਇਕੋਨਮੀ ਦੇਖੋ ਬਹੁਤ ਹੀ ਫਰੇਲ ਹੈ। ਇਹਦਾ ਰੈਵਨਿਊ ਦਾ ਸੋਰਸ ਸਿਰਫ ਐਗਰੀਕਲਚਰ ਹੈ, ਮੇਨ ਰੈਵਨਿਊ ਦਾ ਸੋਰਸ, ਜਿਹੜਾ ਕਿ ਦਿਨ ਬ ਦਿਨ ਖਰਾਬ ਹੁੰਦਾ ਜਾ ਰਿਹਾ ਜਾਂ ਡਿਕਲਾਈਨ ਹੁੰਦਾ ਜਾ ਰਿਹਾ, ਬਿਕੋਜ਼ ਆਫ ਵੇਰੀਅਸ ਰੀਜ਼ਨਸ, ਕਲਾਈਮੇਟ ਚੇਂਜ, ਵਾਟਰ ਅਵੇਲੇਬਿਲਿਟੀ, ਸੋਇਲ ਪ੍ਰੋਡਕਟਿਵਿਟੀ, ਆਲ ਆਫ ਦੈਟ। ਐਂਡ ਇਹਦੀ ਸਪੈਂਡਿੰਗਸ ਜਿਹੜੀਆਂ ਉਹ ਬਹੁਤ ਜ਼ਿਆਦਾ ਹੈ ਅਗਰ ਪੰਜਾਬ ਦੀ ਗੱਲ ਕਰੋ, ਰਾਈਟ। ਐਂਡ ਵਨ ਮੇਜਰ ਤੁਸੀਂ ਕਹਿ ਸਕਦੇ ਹੋ ਸ਼ਾਰਟ ਟਰਮ ਸਪੈਂਡਿੰਗ ਪਲੇਸ ਇਜ਼ ਦੀ ਪਾਵਰ ਸਬਸਿਡੀ, ਰਾਈਟ। ਜਿਸ ਤੋਂ ਲੌਂਗ ਟਰਮ ਕੈਪੀਟਲ ਨਹੀਂ ਬਣ ਰਹੀ, ਲੌਂਗ ਟਰਮ ਬੈਨੀਫਿਟਸ ਨਹੀਂ ਆ ਰਹੇ, ਸੱਚ ਪਾਵਰ ਸਬਸਿਡੀ ਇਜ਼ ਇਨ ਹਿਊਜ ਨੰਬਰਸ ਇਨ ਪੰਜਾਬ, ਠੀਕ ਹੈ ਜੀ। ਪੋਲੀਟੀਕਲ ਪ੍ਰੋਮਿਸਿਸ ਦੀ ਵਜ੍ਹਾ ਤੋਂ ਦਿਨ ਬ ਦਿਨ ਪਾਵਰ ਸਬਸਿਡੀ ਵੱਧਦੀ ਜਾ ਰਹੀ ਹੈ। ਪਹਿਲਾਂ ਅਸੀਂ ਸਿਰਫ ਕਿਸਾਨਾਂ ਨੂੰ ਸਬਸਿਡੀ ਦੇ ਰਹੇ ਸੀ, ਫਿਰ ਅਸੀਂ ਘਰਾਂ ਵਿੱਚ ਵੀ 300 ਯੂਨਿਟ ਤੱਕ ਬਿਜਲੀ ਫ੍ਰੀ ਕਰਤੀ ਹੈ, ਇੰਡਸਟਰੀਜ਼ ਲਈ ਵੀ ਬਹੁਤ ਜਗ੍ਹਾ ਤੇ ਸਬਸਿਡਾਈਜ਼ਡ ਹੈ। ਇਸ ਵਜ੍ਹਾ ਤੋਂ ਪੰਜਾਬ ਦਾ ਪਾਵਰ ਸਬਸਿਡੀ ਬਿੱਲ ਜਿਹੜਾ ਹੈ ਉਹ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਅਗਰ ਤੁਸੀਂ 2013 ਦੀ ਗੱਲ ਕਰੋ ਤਾਂ 6000 ਕਰੋੜ ਦੇ ਅਰਾਊਂਡ ਪਾਵਰ ਸਬਸਿਡੀ ਬਿੱਲ ਸੀਗਾ, ਬਟ ਨਾਓ ਅਗਰ 2023 ਦੀ ਗੱਲ ਕਰੋ, ਇਹ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਕਿ ਇਸ ਸਾਲ this might increase to 10 ਸਾਲਾਂ ਦੇ ਵਿੱਚ it might increase to 20,000 ਕਰੋੜ, ਰਾਈਟ। ਦਿਸ ਇਜ਼ ਅ ਹਿਊਜ ਜੰਪ ਤੁਸੀਂ ਕਹਿ ਸਕਦੇ ਹੋ। ਸੋ ਇਸੇ ਲਈ ਕਾਫੀ ਕੰਸਰਨ ਵਾਲੀ ਗੱਲ ਹੈ। ਪੰਜਾਬ ਸਟੇਟ ਦੀ ਇਕੋਨਮੀ ਇੰਨਾ ਜ਼ਿਆਦਾ ਅੱਛਾ ਨਹੀਂ ਕਰ ਰਹੀ। ਅਗਰ ਤੁਸੀਂ ਇੰਨੇ ਪੈਸੇ ਸਬਸਿਡੀ ਜਿਹੀ ਚੀਜ਼ ਤੇ ਲਗਾਉਂਦੇ ਰਹੋਗੇ, ਦੈਨ ਇਨ ਲੌਂਗ ਟਰਮ ਪੰਜਾਬ ਵਿਲ ਨਾਟ ਬੀ ਏਬਲ ਟੂ ਸਰਵਾਈਵ। ਅੱਜ ਤਾਂ ਤੁਸੀਂ ਯੂ ਮੇ ਇੰਜੋਏ ਸਬਸਿਡੀ, ਯੂ ਮੇ ਫੀਲ ਕਿ ਕਿਸਾਨਾਂ ਨੂੰ ਲੋੜ ਹੈ, ਲੋਕਾਂ ਨੂੰ ਲੋੜ ਹੈ, ਗਰੀਬਾਂ ਨੂੰ ਲੋੜ ਹੈ, ਬਟ ਦ ਇਸ਼ੂ ਇਜ਼ ਕਿ ਪੰਜਾਬ ਪੈਸਾ ਕਿੱਥੋਂ ਲਿਆਏਗਾ? ਅਲਟੀਮੇਟਲੀ ਟੈਕਸੇਸ਼ਨ ਵਿਲ ਬੀ ਦ ਸੋਰਸ। ਸਾਡੇ ਤੇ ਉਹ ਟੈਕਸੇਸ਼ਨ ਵਧਾਉਣਗੇ ਟੂ ਰਿਟਰੀਵ ਦ ਮਨੀ ਦੈਟ ਦੇ ਆਰ ਗਿਵਿੰਗ ਅਸ ਇਨ ਦੀ ਫਾਰਮ ਆਫ ਸਬਸਿਡੀ, ਰਾਈਟ। ਸੋ ਇਹਦਾ ਕੋਈ ਯੂਜ਼ ਨਹੀਂ ਹੈ। ਰਾਦਰ ਗਵਰਨਮੈਂਟ ਨੂੰ ਸਬਸਿਡੀ ਰੈਸ਼ਨਲਾਈਜ਼ ਕਰਨੀ ਚਾਹੀਦੀ ਹੈ, ਐਗਰੀਕਲਚਰ ਰਿਫਾਰਮਸ ਤੇ ਫੋਕਸ ਕਰਨਾ ਚਾਹੀਦਾ ਹੈ, ਤਾਂ ਕਿ ਐਕਚੁਅਲ ਲੌਂਗ ਟਰਮ ਬੈਨੀਫਿਟਸ ਪੰਜਾਬ ਉਠਾ ਸਕੇ। ਸਬਸਿਡੀ ਦੇ ਨਾਲ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨ ਨੂੰ ਲੌਂਗ ਟਰਮ ਬੈਨੀਫਿਟ ਨਹੀਂ ਮਿਲਣ ਵਾਲਾ ਹੈ।
ਰਾਈਟ। ਸੋ ਇਹ ਸਾਰੇ ਸਾਲਾਂ ਦਾ ਡਾਟਾ ਹੈ, ਆਲਦੋ ਇੰਨਾ ਡਾਟਾ ਕਰਨ ਦੀ ਜ਼ਰੂਰਤ ਨਹੀਂ ਹੈ, 2 ਫਿਗਰਸ ਵੀ ਤੁਸੀਂ ਇਹ ਵਾਲੀਆਂ ਕਰ ਲਓ, ਦੈਨ ਦਿਸ ਇਜ਼ ਮੋਰ ਦੈਨ ਇਨਫ ਐਂਡ ਯੂ ਕੈਨ ਯੂਜ਼ ਦਿਸ ਇਨ ਯੂਰ ਆਂਸਰਸ। ਠੀਕ ਹੈ ਜੀ। ਲਾਸਟ ਆਰਟੀਕਲ, ਪੀਐਮ ਮੋਦੀ ਟੂ ਲਾਂਚ 24,000 ਕਰੋੜ ਸਕੀਮ ਫॉर ਇੰਪਾਵਰਮੈਂਟ ਆਫ ਟ੍ਰਾਈਬਲਸ। ਅੱਜ ਦੇਖੋ 15 ਨਵੰਬਰ ਨੂੰ ਇਹ ਸਕੀਮ ਜਿਹੜੀ ਹੈ ਲਾਂਚ ਹੋਣੀ ਹੈ। ਸੋ ਥੋੜੀ ਬਹੁਤ ਡਿਟੇਲਸ ਅੱਜ ਕਰਦੇ ਹਾਂ, ਦੈਨ ਨੈਕਸਟ ਡਿਸਕਸ਼ਨ ਚ ਡਿਟੇਲ ਚ ਇਹਨਾਂ ਦੀ ਪ੍ਰੋਵੀਜ਼ਨਸ ਡਿਸਕਸ ਕਰਾਂਗੇ। ਸੋ ਪ੍ਰਾਈਮ ਮਿਨਿਸਟਰ ਮੋਦੀ ਨੇ ਇਹ ਵਾਅਦਾ ਕੀਤਾ ਸੀ, ਬਜਟ ਦੇ ਵਿੱਚ ਹੀ ਇਹ ਕਿਹਾ ਗਿਆ ਸੀ ਕਿ ਪਾਰਟਿਕੂਲਰਲੀ ਵਲਨਰੇਬਲ ਟ੍ਰਾਈਬਲ ਗਰੁੱਪਸ ਦੇ ਲਈ ਸਪੈਸ਼ਲ ਸਕੀਮ ਚਲਾਈ ਜਾਏਗੀ ਸੋ ਦੈਟ ਉਹਨਾਂ ਦੇ ਬੈਨੀਫਿਟ ਲਈ ਕੰਮ ਕੀਤਾ ਜਾ ਸਕੇ, ਰਾਈਟ। ਸੋ 24,000 ਕਰੋੜ ਜਿਹੜੇ ਹੈ ਇਹਦੇ ਲਈ ਐਲੋਕੇਟ ਕੀਤੇ ਗਏ ਨੇ। ਸੋ ਅੱਜ 15 ਨਵੰਬਰ ਨੂੰ ਜਨਜਾਤੀय ਗੌਰਵ ਦਿਵਸ ਜਾਂ ਟ੍ਰਾਈਬਲ ਪ੍ਰਾਈਡ ਡੇ ਹੁੰਦਾ ਹੈ। ਇਸ ਉਤਸਵ ਤੇ ਦਿਸ ਨਿਊ ਸਕੀਮ ਵਿਲ ਬੀ ਲਾਂਚਡ ਇਨ ਝਾਰਖੰਡ, ਰਾਈਟ। ਅਗਰ ਤੁਸੀਂ ਇੰਡੀਆ 'ਚ ਦੇਖੋ, ਟੋਟਲ 75 ਪੀਵੀਟੀਜੀਜ਼ ਰਹਿੰਦੇ ਨੇ ਇਨ ਡਿਫਰੈਂਟ ਸਟੇਟਸ ਐਂਡ ਯੂਟੀਜ਼। ਇਹਨਾਂ ਦੀ ਬੈਨੀਫਿਟ ਲਈ, ਇਹਨਾਂ ਦੀ ਹੈਲਥ ਕੰਡੀਸ਼ਨਸ ਲਈ, ਇਹਨਾਂ ਦੇ ਲਈ ਇਨਫਰਾਸਟ੍ਰਕਚਰ ਬਣਾਉਣ ਲਈ, ਇਲੈਕਟ੍ਰਿਸਿਟੀ ਪ੍ਰੋਵਾਈਡ ਕਰਨ ਲਈ, ਡਰਿੰਕਿੰਗ ਵਾਟਰ, ਸੈਨੀਟੇਸ਼ਨ, ਹਾਊਸਿੰਗ, ਐਜੂਕੇਸ਼ਨ, ਨਿਊਟ੍ਰੀਸ਼ਨ, ਆਲ ਆਫ ਥੀਸ ਬੇਸਿਕ ਨੈਸੈਸਿਟੀਜ਼ ਪ੍ਰੋਵਾਈਡ ਕਰਨ ਲਈ ਇਹ ਸਕੀਮ ਹੁਣ ਲਾਂਚ ਕੀਤੀ ਜਾਏਗੀ, ਰਾਈਟ। ਪਰ ਇਹ ਦੇਖੋ ਕਿ ਇਹ ਸਕੀਮ ਜਾਂ ਇਸ ਮਿਸ਼ਨ ਦੇ ਵਿੱਚ, ਇਹ ਮਿਸ਼ਨ ਹੈ ਵੈਸੇ ਡੈਡੀਕੇਟਡਲੀ ਸਕੀਮ ਨਹੀਂ ਹੈ, ਇਹ ਕੋਈ ਨਵੀਂ ਸਕੀਮ ਨਹੀਂ ਲਾਂਚ ਕੀਤੀ ਜਾਏਗੀ, ਰਾਦਰ 11 ਐਗਜ਼ਿਸਟਿੰਗ ਸਕੀਮਸ ਨੂੰ ਇਕੱਠੇ ਲਿਆਂਦਾ ਜਾਏਗਾ ਤਾਂ ਕਿ ਐਕਚੁਅਲੀ ਉਹਨਾਂ ਨੂੰ ਕਨਵਰਜ ਕਰਕੇ ਪੀਵੀਟੀਜੀਜ਼ ਨੂੰ ਬੈਨੀਫਿਟ ਦਿੱਤਾ ਜਾ ਸਕੇ। ਆਲਰੇਡੀ ਇੰਨੀਆਂ ਸਕੀਮਸ ਹੈ ਹੈਲਥ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ, ਉਹਨਾਂ ਨੂੰ ਕੰਬਾਈਨ ਕਰਕੇ ਇਟ ਵਿਲ ਬੀ ਮੇਡ ਸ਼ੋਰ ਕਿ ਸਾਰੀ ਸਕੀਮਸ ਇਹਨਾਂ ਤੱਕ ਪਹੁੰਚਣ ਤੇ ਉਹਨਾਂ ਦੇ ਬੈਨੀਫਿਟਸ ਜਿਹੜੇ ਆ ਇਹ ਟ੍ਰਾਈਬਲ ਗਰੁੱਪਸ ਜਿਹੜੇ ਆ ਉਠਾ ਸਕਣ, ਰਾਈਟ। ਦਿਸ ਇਜ਼ ਆਲਸੋ ਐਨ ਐਗਜ਼ਾਮਪਲ ਆਫ ਗੁੱਡ ਗਵਰਨੈਂਸ। ਗੁੱਡ ਗਵਰਨੈਂਸ ਇਹੀ ਹੈ ਕਿ ਤੁਸੀਂ ਆਪਦੇ ਐਗਜ਼ਿਸਟਿੰਗ ਰਿਸੋਰਸਿਸ ਨੂੰ ਐਫੀਸ਼ੀਐਂਟਲੀ ਤੇ ਇਫੈਕਟਿਵਲੀ ਯੂਜ਼ ਕਰੋ, ਐਂਡ that is what is being done by the government through this scheme, this mission as well। ਠੀਕ ਹੈ ਜੀ। ਇਹ ਮਿਸ਼ਨ ਦੀ ਸਾਰੀ ਡਿਟੇਲਸ ਆਪਾਂ ਅਗਲੀ ਡਿਸਕਸ਼ਨ ਚ ਕਰਾਂਗੇ, ਬਟ ਫॉर ਨਾਓ ਕੀਪ ਦਿਸ ਇਨ ਮਾਈਂਡ, ਰਾਈਟ। that is all for today। if you have any doubt, query with regard to your preparation in the civil services, we are here to help you। ਚਾਹੇ ਪੰਜਾਬ PCS ਹੋਵੇ, ਚਾਹੇ UPSC, whatever you are preparing, we are there to help you। we have resources for you। just check on our website siddhipunjab.com। ਔਰ ਅਗਰ ਤੁਹਾਨੂੰ ਕੋਈ ਵੀ doubt, query ਆਏ, you can just message us on this number। we will be there to help you। that is all for today। thank you so much for joining।